ਵਾਰ ਗਤੀਵਿਧੀਆਂ ਲੈ ਕੇ ਤੇ ਚਰਚਾ ਲੈ ਕੇ ਤੁਹਾਡੇ ਰੂਬਰੂ ਹਾਂ। ਚਰਚਾ ਵਾਸਤੇ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੌਜੂਦ ਨੇ ਸ਼੍ਰੀ ਜਤਿੰਦਰ ਪੰਨੂ ਜੀ, ਜਿਹੜੇ ਸੀਨੀਅਰ ਪੱਤਰਕਾਰ ਨੇ ਤੇ ਚਲੰਤ ਮਾਮਲਿਆਂ ਦੇ ਮਾਹਰ ਨੇ। ਉਹਨਾਂ ਨੂੰ ਵੱਖ-ਵੱਖ ਮੰਚਾਂ ਤੋਂ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ। ਉਹ ਸਮਾਜਿਕ ਤੇ ਸਿਆਸੀ ਮਾਮਲਿਆਂ ਸੰਬੰਧੀ ਬੜੀ ਬਰੀਕ ਸਮਝ ਰੱਖਦੇ ਨੇ। ਪੰਨੂ ਸਾਹਿਬ, ਸਟੂਡੀਓ ਵਿੱਚ ਤੁਹਾਡਾ ਸਵਾਗਤ ਜੀ। ਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। ਆਪਾਂ ਸਾਰੇ ਜਾਣਦੇ ਹਾਂ ਕਿ ਲਗਭਗ 5-6 ਦੌਰ ਦੀ ਜਿਹੜੀ ਗੱਲਬਾਤ ਹੈ ਉਹ ਬੇਨਤੀਜਾ ਰਹੀ ਹੈਗੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਜਿਹੜੀ ਵਿਸ਼ੇਸ਼ ਗੱਲਬਾਤ ਹੋਈ ਉਹ ਵੀ ਬੇਨਤੀਜਾ ਰਹੀ, ਔਰ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਸੋਧਾਂ ਦਾ ਲਿਖਤੀ ਪ੍ਰਸਤਾਵ ਆਇਆ, ਉਹ ਕਿਸਾਨਾਂ ਨੇ ਖਾਰਜ ਕਰ ਦਿੱਤਾ। ਦੋਵੇਂ ਧਿਰਾਂ ਆਪਣੀ ਆਪਣੀ ਜਗ੍ਹਾ 'ਤੇ ਅੜੀਆਂ ਨੇ। ਟਕਰਾਅ ਜਿਹੜਾ ਉਹ ਆਪਣੀ ਚਰਮ ਸੀਮਾ 'ਤੇ ਪਹੁੰਚਿਆ ਹੋਇਆ। ਤੱਤਫਟ ਸਮਝ ਨਹੀਂ ਆ ਰਿਹਾ ਕਿ ਅੱਗੋਂ ਕੀ ਸੰਭਾਵਨਾਵਾਂ ਬਣ ਰਹੀਆਂ ਨੇ। ਪੰਨੂ ਸਾਹਿਬ ਤੋਂ ਜਾਣਦੇ ਹਾਂ ਕਿ ਸਰਕਾਰ ਦਾ ਜਿਹੜਾ ਪੱਖ ਹੈਗਾ ਪਹਿਲੂ ਹੈਗਾ, ਕਿਸਾਨਾਂ ਦਾ ਜਿਹੜਾ ਪੱਖ ਹੈਗਾ ਪਹਿਲੂ ਹੈਗਾ। ਗੱਲ ਕਿੱਥੇ ਅੜੀ ਹੈ ਔਰ ਨੇੜ ਭਵਿੱਖ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਕੋਈ ਜਾਣਨਾ ਚਾਹੁੰਦਾ ਕਿ ਕੀ ਸਥਿਤੀ ਪੈਦਾ ਹੋ ਸਕਦੀ ਹੈ, ਕੀ ਸੰਭਾਵਨਾਵਾਂ ਹੈਗੀਆਂ। ਕੁਲਬੀਰ ਸਿੰਘ ਜੀ, ਸਭ ਤੋਂ ਪਹਿਲੀ ਗਲਤੀ ਤਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਕੀਤੀ। ਜਦੋਂ 17 ਫਰਵਰੀ 2020 ਨੂੰ ਬਲਬੀਰ ਸਿੰਘ ਰਾਜੇਵਾਲ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦ ਕੇ ਕਿਹਾ ਸੀ ਕਿ ਆਹ ਹੋਣ ਵਾਲਾ ਵੱਡਾ ਪੁਆੜਾ ਪੈ ਜੂ, ਤੇ ਸਾਰਿਆਂ ਨੇ ਆਖਿਆ ਜੀ ਇਹ ਤੁਹਾਡੇ ਚਿੰਤਾ ਦੀ ਗੱਲ ਨਹੀਂ, ਇਹ ਹੁਣ ਸਾਡਾ ਕੰਮ ਹੈ। ਤੇ ਉਦੋਂ ਬਾਅਦ ਕਿਸੇ ਇੱਕ ਵੀ ਪਾਰਟੀ ਨੇ ਕੁਝ ਨਹੀਂ ਕੀਤਾ। ਇੱਕ ਪਾਰਟੀ ਕੇਂਦਰ ਸਰਕਾਰ 'ਚ ਸ਼ਾਮਲ ਹੋਈ ਰਹੀ। ਐਨ ਵੇਖਿਆ ਜਦੋਂ ਇੱਕ ਪਾਣੀ ਸਿਰੋਂ ਲੰਘ ਚੱਲਿਆ, ਅਸੀਂ ਪੰਜਾਬ 'ਚੋਂ ਕੱਟੇ ਚੱਲੇ, ਉਦੋਂ ਵਾਪਸ ਆਈ ਕੇਂਦਰ ਸਰਕਾਰ ਤੋਂ ਅਸਤੀਫਾ ਦੇ ਗਏ ਜੀ। ਦੂਸਰੀਆਂ ਪਾਰਟੀਆਂ ਇੱਥੇ ਸੀ, ਗੱਲੀ ਬਾਤੀ ਹਮਾਇਤ ਕਰਦੀਆਂ ਰਹੇ, ਅਮਲ 'ਚ ਕਿਸੇ ਨੇ ਕੱਖ ਨਹੀਂ ਕੀਤਾ। ਫਿਰ ਜਦੋਂ ਆਰਡੀਨੈਂਸ ਜਾਰੀ ਹੋ ਗਏ, ਬਿੱਲ ਅਜੇ ਪੇਸ਼ ਹੋਣੇ ਸੀ, ਕਿਸਾਨਾਂ ਨੇ ਮੋਰਚਾ ਲਾ ਦਿੱਤਾ। ਭਾਰਤ ਸਰਕਾਰ ਨੂੰ ਚਾਹੀਦਾ ਸੀ ਕਿ ਉਸ ਵਕਤ ਗੱਲ ਸ਼ੁਰੂ ਕਰਦੀ। ਇਹਨਾਂ ਨੇ ਆਖਿਆ ਗੱਲ ਹੀ ਕੋਈ ਨਹੀਂ, 4 ਦਿਨ ਦਾ ਮੋਰਚਾ, ਵਿਗਾੜ ਕੀ ਲੈਣਗੇ। ਗੱਲ ਵੱਧਦੀ ਗਈ। ਉਹ 4 ਦਿਨ ਦਾ ਮੋਰਚਾ ਵੱਧਦਾ ਜਦੋਂ ਪੌਣੇ 2 ਮਹੀਨੇ ਹੋ ਗਏ, ਫਿਰ ਗੱਲਬਾਤ ਕੇਂਦਰ ਨਾਲ ਚੱਲਣ ਲੱਗੀ। ਇੱਕ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮਿਲਾ ਲਿਆ ਕਿ ਰੇਲ ਗੱਡੀਆਂ ਸਵਾਰੀਆਂ ਵਾਲੀਆਂ ਵੀ ਤੇ ਮਾਲ ਵਾਲੀਆਂ ਵੀ ਚੱਲਣ ਦਿਓ। ਇਹ 21 ਨਵੰਬਰ ਦੀ ਗੱਲ ਸੀ। ਉਹਨਾਂ ਨੇ ਆਖਿਆ ਜੀ ਅਸੀਂ 26-27 2 ਦਿਨ ਜਾ ਕੇ ਦਿੱਲੀ 'ਚ ਧਰਨਾ ਲਾਵਾਂਗੇ। ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ 21 ਤੋਂ ਬਾਅਦ 26 ਤੱਕ 5 ਦਿਨ ਸੀ ਗੱਲਬਾਤ ਕਰਦੀ, ਇਹਨਾਂ ਨਹੀਂ ਕੀਤੀ। ਉਲਟਾ ਹੋਇਆ ਇਹ ਕਿ 26 ਦੇ ਧਰਨੇ ਲਈ ਜਦੋਂ 25 ਨੂੰ ਜਾਣ ਲੱਗੇ ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਤੀਰਾ ਠੀਕ ਨਹੀਂ ਸੀ। ਉਹਨੇ ਫੋਰਸ ਲਾ ਕੇ ਕੁਝ ਇਸ ਤਰ੍ਹਾਂ ਦਾ ਵਿਹਾਰ ਕੀਤਾ, ਕਿਸਾਨ ਹੋਰ ਭੜਕ ਗਏ ਤਾਂ 26-27 ਦੇ 2 ਦਿਨ ਦੇ ਧਰਨੇ ਵਾਸਤੇ ਸੀ ਜੀ, ਕਿਉਂਕਿ ਉਹਨਾਂ ਨੂੰ ਕੌੜ ਚੜ੍ਹ ਗਈ, ਉੱਥੇ ਪੱਕਾ ਡੇਰਾ ਲਾ ਕੇ ਬਹਿ ਗਏ। ਉਹਨਾਂ ਆਖਿਆ ਜੀ 4-4 ਮਹੀਨੇ ਦਾ ਰਾਸ਼ਨ ਲੈ ਕੇ ਆਏ। ਫਿਰ ਗੱਲਬਾਤ ਚੱਲ ਪਈ। 1 ਤਰੀਕ ਨੂੰ ਗੱਲਬਾਤ, 3 ਤਰੀਕ ਨੂੰ ਗੱਲਬਾਤ, 5 ਤਰੀਕ ਦੀ ਗੱਲਬਾਤ ਤੋਂ ਉੱਥੇ ਖੇਤੀ ਮੰਤਰੀ ਨੇ ਆਖਿਆ ਕਿ ਜਿੱਦਾਂ ਤੁਸੀਂ ਕਹਿੰਦੇ ਆ ਕਿ ਕਾਨੂੰਨ ਰੱਦ ਹੀ ਕਰੋ, ਅਸੀਂ ਰੱਦ ਕਰਨੇ ਹੋਣ ਤੇ ਸਾਨੂੰ ਪਹਿਲਾਂ ਲਾ ਮਿਨਿਸਟਰੀ ਜਿਹੜੀ ਹੈ, ਕਾਨੂੰਨ ਮੰਤਰਾਲਾ, ਉਹਦੇ ਨਾਲ ਗੱਲ ਕਰਨੀ ਪਊ, ਸਾਨੂੰ 2 ਦਿਨ ਦਿਓ। ਉਹਨਾਂ ਆਖਿਆ ਜੀ ਅਸੀਂ 3 ਦਿਨ ਦਿੱਤੇ। ਸਰਕਾਰ ਨੇ ਆਖਿਆ ਫਿਰ 8 ਤਰੀਕ ਬਣਦੀ ਹੈ, 3 ਦਿਨਾਂ ਬਾਅਦ ਮੀਟਿੰਗ ਕਰ ਲਈਏ। ਉਹ ਕਹਿੰਦੇ ਜੀ 8 ਨੂੰ ਸਾਡਾ ਭਾਰਤ ਬੰਦ ਦਾ ਸੱਦਾ, ਹੁਣ 9 ਨੂੰ ਕਰਾਂਗੇ। ਸਰਕਾਰ ਸਮਝਦੀ ਸੀ ਕਿ 8 ਨੂੰ ਭਾਰਤ ਬੰਦ ਖਾਸ ਨਹੀਂ ਹੋਣਾ, ਪਰ ਭਾਰਤ ਬੰਦ ਇੰਨਾ ਮਜ਼ਬੂਤ ਹੋਇਆ ਕਿ ਭਾਰਤ ਬੰਦ ਵਾਲੇ ਦਿਨ ਦੁਪਹਿਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ, ਜਿਹੜੇ ਹੁਣ ਤੱਕ ਇਸ ਸਾਰੀ ਲੜਾਈ 'ਚ ਕਿਤੇ ਨਹੀਂ ਸੀ, ਕਿਸੇ ਗੱਲਬਾਤ ਵਿੱਚ ਨਹੀਂ ਸੀ, ਉਹਨੇ ਉਚੇਚੀ ਮੀਟਿੰਗ ਸੱਦੀ। ਉੱਥੇ ਫਿਰ ਉਹ ਕੁਝ ਹੋ ਗਿਆ ਕਿ ਇੱਕ ਮੰਤਰੀ ਕੇਂਦਰ ਦਾ, ਜਿਹੜਾ ਰੇਲ ਮੰਤਰੀ ਵੀ ਹੈ, ਵਪਾਰ ਮੰਤਰੀ ਵੀ ਹੈ, ਉਹਨੇ ਦੱਸਣਾ ਸ਼ੁਰੂ ਕਰਤਾ ਗ੍ਰਹਿ ਮੰਤਰੀ ਨੂੰ ਕਿ ਅਸੀਂ ਇਹਨਾਂ ਨੂੰ ਆਖਿਆ ਆ ਵੀ ਪ੍ਰਪੋਜ਼ਲ। ਫਿਰ ਕਿਸਾਨਾਂ ਨੇ ਆਖਿਆ ਜੀ ਇਹ ਤਾਂ ਗਲਤ ਗੱਲ ਆ, ਮੰਤਰੀ ਜੀ ਨੂੰ ਜ਼ਿੰਮੇਵਾਰੀ ਵਿਖਾਉਣੀ ਚਾਹੀਦੀ ਹੈ, ਸਿਰਫ ਆਪਣਾ ਪੱਖ ਦੱਸ ਰਿਹਾ, ਜਿਹੜੀਆਂ ਅਸੀਂ ਗੱਲਾਂ ਕਹੀਆਂ ਉਹ ਕਿਉਂ ਨਹੀਂ ਦੱਸ ਰਹੇ। ਫਿਰ ਇਹਨਾਂ ਦੱਸੀਆਂ। ਉਹ ਕਹਿੰਦੇ ਹੁਣ ਆਪਾਂ ਕੁਝ ਕਰੀਏ, ਕਹਿੰਦੇ ਤੁਸੀਂ ਤਜਵੀਜ਼ ਲਿਆਓ, ਅਸੀਂ ਵਿਚਾਰ ਕੇ ਵੇਖਾਂਗੇ, ਠੀਕ ਹੋ ਜਾਵਾਂਗੇ, ਨਹੀਂ ਤੇ ਨਹੀਂ। ਇਹਨਾਂ ਅਗਲੇ ਦਿਨ ਤਜਵੀਜ਼ ਭੇਜੀ, ਉਹ ਤਜਵੀਜ਼ ਉਹਨਾਂ ਨੂੰ ਪਸੰਦ ਨਹੀਂ ਆਈ, ਉਹਨਾਂ ਰੱਦ ਕਰਤੀ। ਨਵੇਂ ਸਿਰੋਂ ਫਿਰ ਗੱਲ ਚੱਲ ਸਕਦੀ ਸੀ, ਨਹੀਂ ਚਲਾਏਗੀ। ਹੁਣ ਕਿਸਾਨਾਂ ਨੇ ਸੱਦਾ ਦੇ ਦਿੱਤਾ ਕਿ ਸਾਰੇ ਟੋਲ ਪਲਾਜ਼ੇ ਅਸੀਂ 12 ਤਰੀਕ ਨੂੰ ਬੰਦ ਕਰਾਂਗੇ। ਦਿੱਲੀ ਨੂੰ ਐਕਸਪ੍ਰੈਸ ਵੇ ਜਾਂ ਹਾਈਵੇ ਦੇ 5 ਲਿੰਕ ਜੁੜਦੇ ਆ,
ਉਹਨਾਂ 'ਚੋਂ 3 ਤਾਂ ਬੰਦ ਹੋ ਚੁੱਕੇ, ਉਹਨਾਂ ਆਖਿਆ ਬਾਕੀ ਦੇ 2 ਵੀ ਅਸੀਂ 12 ਤਰੀਕ ਨੂੰ ਬੰਦ ਕਰ ਦਿਆਂਗੇ। 12 ਅੱਜ ਆ। ਅੱਜ ਉਹਨਾਂ ਨੇ ਟੋਲ ਪਲਾਜ਼ੇ ਸਾਰੇ ਬੰਦ ਕਰ ਦਿੱਤੇ ਆ ਭਾਰਤ ਦੇ। ਕੁਝ ਥਾਵਾਂ ਤੇ ਚੱਲਦੇ ਰਹਿ ਗਏ ਜਿੱਥੇ ਸਰਕਾਰ ਦਾ ਜ਼ਿਆਦਾ ਦਬਾਅ ਸੀ, ਬਾਕੀ ਬੰਦ ਕਰਵਾ ਲਏ ਉਹਨਾਂ। ਜਿਹੜੇ ਬਾਕੀ ਦੇ 2 ਹਾਈਵੇ ਦਿੱਲੀ ਦੇ ਬੰਦ ਕਰਨੇ ਸੀ, ਉਹ ਅੱਜ ਨਹੀਂ ਕੀਤੇ, ਕਹਿੰਦੇ ਭਾਗ ਭਲਕੇ ਤੜਕੇ ਕਰਨੇ ਆ। ਕਿਸਾਨਾਂ ਦਾ ਇਕੱਠ ਜਦੋਂ ਪਹਿਲੇ ਦਿਨ ਹੋਇਆ ਜੀ ਤੇ 50-60 ਹਜ਼ਾਰ ਦਾ ਸੀ, ਉਦੋਂ ਬਾਅਦ 10 ਹਜ਼ਾਰ ਇੱਧਰੋਂ ਆ ਗਿਆ, 20 ਹਜ਼ਾਰ ਇੱਧਰੋਂ ਆ ਗਿਆ, 30 ਹਜ਼ਾਰ ਇੱਧਰੋਂ ਆ ਗਿਆ। ਹੁਣ ਕੱਲ੍ਹ ਸ਼ਾਮ ਦੇ ਜਿਹੜੇ ਤੁਰੇ ਨੇ ਟਰੈਕਟਰ ਟਰਾਲੀਆਂ ਤੇ ਅੱਜ ਪਹੁੰਚਦੇ ਪਏ ਆ, 30 ਹਜ਼ਾਰ ਤੋਂ ਵੱਧ ਤਾਂ ਉਹ ਪੰਜਾਬ 'ਚ ਹੋਰ ਚਲੇ ਗਏ। ਜੀ ਰਾਜਸਥਾਨ ਤੋਂ ਜਥਾ ਤੁਰਿਆ ਜਿਹੜਾ ਭਲਕੇ ਉੱਥੇ ਪਹੁੰਚਣਾ, ਉਹ ਜਥਾ ਸ਼ਾਇਦ 20,000 ਤਾਂ। ਸ਼ਾਹਬਾਦ 'ਚੋਂ ਇੱਕ ਹੋਰ ਜਥਾ ਆ ਰਿਹਾ। ਪਹਿਲਾਂ ਕਹਿੰਦੇ ਸੀ 26 ਕਿਲੋਮੀਟਰ ਥਾਂ ਦੇ ਵਿੱਚ ਇਕੱਠ ਆ, ਜੀ ਹੁਣ ਕਹਿੰਦੇ ਆ 30 ਕਿਲੋਮੀਟਰ ਤੋਂ ਵੱਧ ਬਣ ਗਿਆ। ਇਹਦਾ ਮਤਲਬ ਕਿ ਉੱਥੇ 3-4 ਲੱਖ ਕਿਸਾਨ ਇਕੱਠੇ ਹੋ ਚੁੱਕੇ। ਇੰਨੀ ਜਨਤਾ ਦੇ ਉੱਤੇ ਕੋਈ ਸਰਕਾਰ ਗੋਲੀ ਨਹੀਂ ਚਲਾ ਸਕਦੀ, ਤਸ਼ੱਦਦ ਨਹੀਂ ਕਰ ਸਕਦੀ, ਡਾਂਗ ਨਹੀਂ ਚਲਾ ਸਕਦੀ। ਜੀ ਪਰ ਇੰਨੀ ਜਨਤਾ ਜਿਹੜੀ ਲਗਾਤਾਰ ਉੱਥੇ ਬੈਠੀ ਰਹੇ, ਇਹ ਵੀ ਸਰਕਾਰ ਕਿੰਨੀ ਕੁ ਦੇਰ ਬਰਦਾਸ਼ਤ ਕਰੇਗੀ? ਸਰਕਾਰ ਨੂੰ ਗੱਲਬਾਤ ਚਲਾਉਣੀ ਚਾਹੀਦੀ ਹੈ। ਦੁਨੀਆ ਭਰ 'ਚ ਚਰਚਾ ਚੱਲੀ ਆ, UNO ਦਾ ਸੈਕਟਰੀ ਜਨਰਲ ਇਹ 'ਤੇ ਟਿੱਪਣੀਆਂ ਕਰ ਰਿਹਾ, ਜੀ ਕੈਨੇਡਾ ਦਾ ਪ੍ਰਧਾਨ ਮੰਤਰੀ ਇਹ 'ਤੇ ਟਿੱਪਣੀਆਂ ਕਰ ਰਿਹਾ, ਬਰਤਾਨੀਆ ਦਾ ਪ੍ਰਧਾਨ ਮੰਤਰੀ ਤੇ ਖੈਰ ਬਹੁਤਾ ਹੀ ਜ਼ਿਆਦਾ ਸਿਆਣਾ ਨਿਕਲਿਆ। ਉਹਨੂੰ ਪਾਰਲੀਮੈਂਟ 'ਚ ਪੁੱਛਿਆ ਗਿਆ ਜੀ ਭਾਰਤ ਵਿੱਚ ਕਿਸਾਨਾਂ ਦਾ ਅੰਦੋਲਨ ਚੱਲਦਾ, ਰਾਜਧਾਨੀ ਨੂੰ ਘੇਰਾ ਪਾਈ ਬੈਠੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਹਿੰਦਾ ਇਹ ਭਾਰਤ ਤੇ ਪਾਕਿਸਤਾਨ ਦਾ ਦੁਆਲਾ ਮਸਲਾ ਆਪੇ ਹੱਲ ਕਰਨ। ਇੱਥੇ ਪਾਕਿਸਤਾਨ ਕਿੱਥੋਂ ਆ ਗਿਆ? ਜੀ ਹਾਲਾਂਕਿ ਪ੍ਰਧਾਨ ਮੰਤਰੀ ਇਸ ਵੇਲੇ ਉਹ ਬੰਦਾ ਜਿਹੜਾ ਜਿਹਦੀ ਪਤਨੀ ਨੂੰ ਆ ਪਿਛਲੇ ਮਹੀਨੇ ਉਹਨੇ ਤਲਾਕ ਦਿੱਤਾ, ਉਹ ਪੰਜਾਬਣ ਸੀ, ਸਿੱਖ ਸੀ। ਪੰਜਾਬ ਨਾਲ ਇੰਨੇ ਨੇੜੇ ਦੇ ਰਿਸ਼ਤੇ ਹੁੰਦੇ ਆ, ਉਹਨੂੰ ਇਹ ਨਹੀਂ ਪਤਾ ਕਿ ਕਿਸਾਨਾਂ ਦਾ ਮਸਲਾ ਭਾਰਤ ਸਰਕਾਰ ਤੇ ਕਿਸਾਨਾਂ ਦਾ ਮਸਲਾ, ਕਹਿੰਦਾ ਭਾਰਤ ਤੇ ਪਾਕਿਸਤਾਨ ਦਾ ਦੁਆਲਾ ਮਸਲਾ ਆਪੇ ਹੱਲ ਕਰ ਲੈਣਗੇ। ਉਹਨੂੰ ਛੱਡ ਦਿਓ, ਬਾਕੀ ਸਾਰੀ ਦੁਨੀਆ ਜਿੱਥੇ ਜਿੱਥੇ ਪੰਜਾਬੀ ਬੈਠੇ, ਖਾਸ ਕਰਕੇ ਬਾਕੀ ਭਾਰਤੀਆਂ ਨੇ ਵੀ ਭਾਰਤ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤੇ ਆ। ਭਾਰਤ ਦੇ ਹਾਈ ਕਮਿਸ਼ਨਾਂ ਤੇ ਅੰਬੈਸੀਆਂ ਦੇ ਅੱਗੇ ਆ ਕੇ ਪ੍ਰੋਟੈਸਟ ਕੀਤੇ ਗਏ। ਉਹਨਾਂ ਪ੍ਰੋਟੈਸਟ ਨੂੰ ਵੇਖਣਾ ਚਾਹੀਦਾ, ਅਜੇ ਵੀ ਕੋਈ ਹੱਲ ਕੱਢਣਾ ਚਾਹੀਦਾ। ਨਹੀਂ ਤਾਂ ਐਡੇ ਵੱਡੇ ਇਕੱਠ ਵਿੱਚ ਜੇ ਕਿਸੇ ਪਾਸਿਓਂ ਨਿੱਕੀ ਜਿਹੀ ਚਿੰਗਾੜੀ ਕੋਈ ਫਟ ਪਈ, ਕੋਈ ਮਾੜੇ ਜਿਹੇ ਬੋਲ ਬੁਲਾਏ ਤੋਂ ਗੱਲ ਵੱਧ ਗਈ, ਨੁਕਸਾਨ ਕਿੰਨਾ ਹੋਵੇਗਾ? ਇਹ ਕਹਿਣਾ ਕਿ ਸਰਕਾਰ ਕਿੰਨੀ ਕੁ ਜ਼ਿੰਮੇਵਾਰੀ ਨਿਭਾ ਸਕਦੀ ਹੈ। ਮੁਆਫ ਕਰਨਾ, ਪੁਰਾਣੇ ਸਮਿਆਂ ਤੋਂ ਲੈ ਕੇ ਮੁਗਲ ਬਾਦਸ਼ਾਹ ਤੇ ਉਹਦੇ ਤੋਂ ਪਹਿਲਾਂ ਚੰਦਰਗੁਪਤ ਮੌਰੀਆ ਦੇ ਵੇਲੇ ਤੋਂ ਜਦੋਂ ਅਕਾਲ ਪੈਂਦੇ, ਮੁਸੀਬਤਾਂ ਆਉਂਦੀਆਂ ਸੀ, ਤੇ ਉਹਨਾਂ ਮੌਕਿਆਂ ਦੇ ਉੱਤੇ ਰਾਜੇ ਮਹਾਰਾਜਾ ਆਪਣੇ ਖਜ਼ਾਨੇ ਖੋਲ੍ਹ ਕੇ ਲੋਕਾਂ ਦੀ ਮਦਦ ਕਰਦੇ ਹੁੰਦੇ ਸੀ। ਜੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਾਲ ਪਿਆ, ਉਹਨੇ ਖਜ਼ਾਨੇ ਦੇ ਦਰਵਾਜ਼ੇ ਖੋਲ੍ਹ ਕੇ ਅਨਾਜ ਬਾਹਰੋਂ ਲਿਆ ਕੇ ਵੰਡਿਆ, ਤੇ ਇੱਕ ਬਜ਼ੁਰਗ ਨੂੰ ਜਿਹੜਾ ਹਿੱਸਿਆ ਅਨਾਜ ਉਹ ਚੁੱਕਣ ਲੱਗਾ, ਉੱਤੋਂ ਚੁੱਕਿਆ ਨਾ ਜਾਵੇ। ਉਹਨੂੰ ਇੱਕ ਬੰਦੇ ਨੇ ਆਖਿਆ, ਲਿਆ ਤੇਰਾ ਅਨਾਜ ਚੁੱਕ ਕੇ ਤੇਰੇ ਘਰ ਮੈਂ ਛੱਡ ਕੇ ਆਉਣਾ। ਉਹਨੇ ਆਖਿਆ, ਚੱਲ ਪੁੱਤਰਾ ਤੂੰ ਛੱਡਿਆ। ਜਦੋਂ ਘਰ ਛੱਡਣ ਗਿਆ, ਉੱਥੇ ਲੋਕਾਂ ਪਛਾਣ ਲਿਆ ਕਿ ਪੱਡ ਚੁੱਕ ਕੇ ਜਿਹੜਾ ਬੰਦਾ ਲਿਆਇਆ ਸਧਾਰਨ ਬੰਦਾ ਨਹੀਂ, ਮਹਾਰਾਜਾ ਰਣਜੀਤ ਸਿੰਘ ਆ। ਉਹਦਾ ਕਰਕੇ ਅੱਜ ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਪਾਂਡੀ ਪਾਤਸ਼ਾਹ ਕਹਿੰਦੇ। ਸਰਕਾਰਾਂ ਤਾਂ ਇਦਾਂ ਕਰਦੀਆਂ ਹੁੰਦੀਆਂ। ਇਸ ਵੇਲੇ ਸਰਕਾਰ ਨੂੰ ਥੋੜ੍ਹਾ ਜਿਹਾ ਲੋਕਾਂ ਵੱਲ ਹਮਦਰਦੀ ਦਾ ਰਵੱਈਆ ਅਪਣਾ ਕੇ ਕੋਈ ਹੱਲ ਕੱਢਣਾ ਚਾਹੀਦਾ। ਇੱਦਾਂ ਲੱਗਦਾ ਸਰਕਾਰ ਦੇ ਵਿੱਚ ਵੀ 2-4 ਬੰਦੇ, ਸਰਕਾਰ ਦੇ ਇਰਦ ਗਿਰਦ ਵੀ 2-4 ਬੰਦੇ ਆ ਜਿਹੜੇ ਕਹਿੰਦੇ ਕੋਈ ਫਰਕ ਨਹੀਂ ਜੀ, 4 ਦਿਨ ਬਹਿ ਕੇ ਤੁਰ ਜਾਣਗੇ। ਕਿਸਾਨਾਂ ਨੂੰ ਵੀ ਆਪਣੇ ਵਿੱਚ ਇੱਧਰੋਂ ਉੱਧਰੋਂ ਖੱਬੇ ਤੇ ਸੱਜੇ ਤੋਂ ਚਾਬੀਆਂ ਲਾਉਣ ਵਾਲਿਆਂ ਤੋਂ ਬਚ ਕੇ ਮੁੱਦੇ ਤੱਕ ਕਨਸਨਟਰੇਟ ਕਰਨਾ ਚਾਹੀਦਾ, ਉਹਦੇ ਉੱਤੇ ਕੇਂਦਰਿਤ ਰਹਿਣਾ ਚਾਹੀਦਾ। ਜਿਹੜੀਆਂ ਇੱਧਰ ਉੱਧਰ ਦੀਆਂ ਗੱਲਾਂ, ਆ ਵੀ ਨਾਰਾ ਲਾ ਦਿਓ, ਉਹ ਵੀ ਨਾਰਾ ਲਾ ਦਿਓ, ਹਰ ਕੋਈ ਉੱਥੇ ਬੁਲਾਰਾ ਬਣਿਆ ਪਿਆ। ਉਹ ਜਿਹੜੇ ਬੁਲਾਰੇ ਬਣੇ ਆ, ਉਹਨਾਂ 'ਚ ਜਿਹੜਾ ਹਰ ਬੰਦਾ ਆਪਣੀ ਬੋਲੀ ਬੋਲੇਗਾ, ਤੇ ਉਹ ਵੱਖੋ ਵੱਖ ਬੋਲੀਆਂ 'ਚੋਂ ਮੀਡੀਆ ਆਪੋ ਆਪਣੀ ਲੋੜ ਦੀਆਂ ਗੱਲਾਂ ਕੱਟ ਕੇ ਇਸ ਤਰ੍ਹਾਂ ਪੇਸ਼ ਕਰਦਾ ਕਿ ਨਤੀਜਾ ਉਹਦਾ ਇਹ ਨਿਕਲਦਾ ਕਿ ਸਾਰੀ ਗੱਲ ਵਿਗੜਦੀ ਹੈ। ਇਹਨੂੰ ਸੰਭਾਲਣਾ ਚਾਹੀਦਾ। ਤੋ ਇਸ ਸਾਰੇ ਕੁਝ ਦੇ ਦੌਰਾਨ ਕਿਸਾਨ ਜਥੇਬੰਦੀਆਂ ਆਪਣੀ ਰਣਨੀਤੀ ਕਰ ਰਹੀਆਂ ਨੇ, ਸਰਕਾਰ ਆਪਣੀ ਗੱਲ ਕਹਿਣ ਲਈ ਯਤਨਸ਼ੀਲ ਹੈਗੀ ਆ, ਔਰ ਇਸ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਚੌਪਾਲ ਦਾ ਜਿਹੜਾ ਪਨਸਾ ਪ੍ਰੋਗਰਾਮ ਦਿੱਤਾ ਹੈ। ਦੇਖੋ, ਚੌਪਾਲ ਉਹਨਾਂ ਨੇ ਆਖਿਆ ਸੀ 700 ਦੇ ਕਰੀਬ ਪ੍ਰੈਸ ਕਾਨਫਰੰਸਾਂ, ਮੀਡੀਆ ਕਾਨਫਰੰਸਾਂ ਵੀ ਕਰਾਂਗੇ ਜੀ, ਪਿੰਡਾਂ 'ਚ ਜਾਵਾਂਗੇ। ਜਿਹੜੇ ਸਾਡੇ ਪਿੰਡ 'ਚ ਸੱਥ ਕਹਿੰਦੇ ਆ ਪੰਜਾਬ 'ਚ ਜੀ, ਉਹੋ ਹੀ ਹਿੰਦੀ ਬੈਲਟ ਵਿੱਚ ਉਹਨੂੰ ਚੌਪਾਲ ਆਖਿਆ ਜਾਂਦਾ। ਹਾਂਜੀ, ਇਹ ਚੌਪਾਲ ਵਿੱਚ ਚੱਲ ਜਾਣ, ਕਿਤੇ ਚੱਲ ਜਾਣ। ਪਹਿਲਾਂ ਕਿਸਾਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਬਿੱਲ ਕੀ, ਕਾਨੂੰਨ ਕੀ, ਸਾਡਾ ਭਲਾ ਕੀ, ਬੁਰਾ ਕੀ। ਜੀ, ਹੁਣ ਕਿਸਾਨਾਂ ਦੇ ਵਿੱਚ ਇਹ ਗੱਲ ਘਰ ਘਰ ਗਈ ਹੈ ਕਿ ਸਰਕਾਰ ਜਿਹੜੇ ਕਾਨੂੰਨ ਬਣਾ ਰਹੀ ਹੈ ਉਹ ਸਾਡੇ ਖਿਲਾਫ ਨੇ। ਜੀ, ਜਦੋਂ ਇਹੋ ਜਿਹੇ ਮੌਕੇ ਤੇ ਭਾਜਪਾ ਦੇ ਲੀਡਰ ਪਿੰਡਾਂ ਵਿੱਚ ਜਾਣਗੇ ਲੋਕਾਂ ਨੂੰ ਸਮਝਾਉਣ ਵਾਸਤੇ, ਇਹ ਲੋਕਾਂ ਨੂੰ ਸਮਝਾਉਣਗੇ ਕਿ ਲੋਕ ਅੱਗੋਂ ਚੁੱਲ੍ਹੇ ਨਿਉਂਦਾ ਪਾਉਣਾ ਸ਼ੁਰੂ ਕਰ ਦੇਣਗੇ, ਉਹਦਾ ਕੀ ਕਰਨਗੇ? ਜੀ, ਉਹਦੇ ਵਿੱਚ ਜਾ ਕੇ ਇਹਨਾਂ ਦਾ ਕਾਡਰ ਲੋਕਾਂ 'ਚ ਮੁਸ਼ਕਲ 'ਚ ਫਸੇਗਾ। ਪਾਰਟੀ ਦੇ ਬੁਲਾਰੇ ਪਾਰਟੀ ਮੀਟਿੰਗਾਂ 'ਚ ਚੰਗੇ ਬੁਲਾਰੇ ਹੋ ਸਕਦੇ,
ਪਰ ਜਦੋਂ ਥੱਲੇ ਹਰ ਪਾਸੇ ਇੱਕ ਪ੍ਰਭਾਵ ਬਣ ਗਿਆ ਕਿ ਸਰਕਾਰ ਠੀਕ ਨਹੀਂ ਕਰ ਰਹੀ, ਸਰਕਾਰ ਕਹਿੰਦੀ ਹੈ ਜੀ ਅਸੀਂ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੇ ਹਾਂ, ਕਿਸਾਨ ਕਹਿੰਦੇ ਆ ਜੀ ਜਿਹੜਾ ਤੁਸੀਂ ਸਾਨੂੰ ਇਹ ਕਾੜਾ ਪਿਆਉਣ ਲੱਗੇ ਸਾਡੇ ਤੋਂ ਪੀਤਾ ਨਹੀਂ ਜਾਣਾ, ਰਹਿਣ ਦਿਓ। ਉਹਦੇ ਵਾਸਤੇ ਜੇ ਭਾਜਪਾ ਦੇ ਵਰਕਰ ਜਾਂ ਦੂਜੇ ਲੋਕ ਇੱਥੇ ਜਿੰਨੀਆਂ ਥਾਵਾਂ 'ਤੇ ਇਹਨਾਂ ਪ੍ਰੈਸ ਕਾਨਫਰੰਸ ਕੀਤੀਆਂ, ਕਿਸਾਨਾਂ ਨੇ ਆ ਕੇ ਪ੍ਰੈਸ ਕਾਨਫਰੰਸਾਂ ਵੀ ਇਹਨਾਂ ਨੇ ਤੋੜ ਦਿੱਤੀਆਂ ਨੇ, ਤੇ ਫਿਰ ਇਹਦੇ ਨਾਲ ਐਵੇਂ ਟਕਰਾਅ ਵਧੇਗਾ। ਉਹਦੇ ਬਜਾਏ ਜੋ ਹੋਣਾ ਉਹ ਦਿੱਲੀ 'ਚ ਹੋਣਾ। ਬਹੁਤੀ ਗੱਲ ਹੈ ਜੇ ਸਰਕਾਰ ਨੂੰ ਇਹਦੀ ਕੋਈ ਸਮੱਸਿਆ ਜਾਪਦੀ, ਪਾਰਲੀਮੈਂਟ ਦਾ ਸੈਸ਼ਨ ਸੱਦ ਲਵੇ ਜੀ। ਪਾਰਲੀਮੈਂਟ ਸੈਸ਼ਨ 'ਚ ਸਾਰੀਆਂ ਪਾਰਟੀਆਂ ਬੈਠੀਆਂ ਹੋਣਗੀਆਂ। ਦੱਸੋ ਜੀ ਅੰਨਾ ਹਜ਼ਾਰੇ ਦੀ ਮੂਵਮੈਂਟ ਕਿੰਨੀ ਚੜੀ ਸੀ, ਤੇ ਉਹਦੇ ਵਾਸਤੇ ਮਸਲਾ ਹੱਲ ਕਰਨ ਲਈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਪਾਰਲੀਮੈਂਟ ਦਾ ਸੈਸ਼ਨ ਸੱਦ ਲਿਆ। ਰਾਤ 11 ਵਜੇ ਤੱਕ ਪਾਰਲੀਮੈਂਟ ਬੈਠੀ ਰਹੀ। ਫਿਰ ਪਾਰਲੀਮੈਂਟ 'ਚੋਂ ਇੱਕ ਮਤਾ ਪਾਸ ਕਰਕੇ ਇੱਕ ਮੰਤਰੀ, ਅੱਜ ਕੱਲ੍ਹ ਤਾਂ ਦੁਨੀਆ 'ਤੇ ਉਹ ਹੈ ਨਹੀਂਗਾ, ਵਿਲਾਸ ਰਾਓ ਦੇਸ਼ਮੁਖ ਜੀ, ਉਹਦੇ ਹੱਥ ਮਤਾ ਭੇਜਿਆ ਗਿਆ। ਉਹਨੇ ਜਾ ਕੇ ਅੰਨਾ ਹਜ਼ਾਰੇ ਦੀ ਸਟੇਜ ਤੇ ਪਹਿਲਾਂ ਅੰਨਾ ਦੇ ਦੋਵੇਂ ਪੈਰੀ ਹੱਥ ਲਾਏ, ਫਿਰ ਉਹਨੇ ਮਤਾ ਪੜ੍ਹ ਕੇ ਸੁਣਾਇਆ। ਉਹਨੇ ਆਖਿਆ ਜੀ ਸਰਕਾਰ ਤੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਤੁਹਾਡੇ ਨਾਲ ਸਹਿਮਤ ਨੇ, ਤੁਸੀਂ ਅੰਨਾ ਜੀ ਵਰਤ ਛੱਡ ਦਿਓ। ਇੱਕ ਤਰੀਕਾ ਤਾਂ ਹੈਗਾ ਸੀ। ਉਹਦੇ ਵਿੱਚ ਲਾਲੂ ਪ੍ਰਸਾਦ ਵਰਗਿਆਂ ਨੇ ਅੰਨਾ ਹਜ਼ਾਰੇ ਦੇ ਖਿਲਾਫ ਬੋਲਿਆ ਸੀ। ਖਿਲਾਫ ਬੋਲਣ ਵਾਲਿਆਂ ਨੂੰ ਪੂਰਾ ਮੌਕਾ ਦਿੱਤਾ, ਤੁਸੀਂ ਵੀ ਬੋਲੋ ਜੋ ਬੋਲਣਾ, ਪਰ ਅੰਤ ਨੂੰ ਕੋਈ ਗਲਤ ਹੋਈ ਸੀ। ਹੁਣ ਜੇ ਸਰਕਾਰ ਆਪਣੇ ਤੌਰ ਤੇ ਨਿਬੇੜ ਲਿੱਤਾ ਵੀ ਠੀਕ ਆ, ਪਾਰਲੀਮੈਂਟ ਸੈਸ਼ਨ ਸੱਦ ਲਿੱਤਾ ਵੀ ਠੀਕ ਆ, ਪਰ ਆ ਜਿਹੜੀ 7 ਮੀਟਿੰਗਾਂ ਤੇ ਚਪਾਲ ਮੀਟਿੰਗਾਂ ਮੇਰਾ ਖਿਆਲ ਇਹ ਸ਼ਾਇਦ ਫਾਇਦਾ ਨਹੀਂ ਕਰ ਸਕਣਗੇ ਜੀ। ਤੋ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ। ਕਰੋਨਾ ਵਾਇਰਸ ਦੇ ਸੰਬੰਧ ਵਿੱਚ ਇੰਗਲੈਂਡ ਨੇ ਜਿਹੜੀ ਕਰੋਨਾ ਵੈਕਸੀਨ ਤਿਆਰ ਕੀਤੀ ਹੈ, ਉਹਦਾ ਅਮਲ ਜਿਹੜਾ ਹੈ ਉਹ ਆਰੰਭ ਕਰ ਦਿੱਤਾ ਗਿਆ। ਦੂਸਰੇ ਪਾਸੇ ਅਮਰੀਕਾ ਦੁਆਰਾ ਤਿਆਰ ਕੀਤੀ ਜਿਹੜੀ ਵੈਕਸੀਨ ਹੈ ਉਹਦੀ ਵੀ ਕਾਫੀ ਚਰਚਾ ਜਿਹੜੀ ਮੀਡੀਆ ਦੇ ਵਿੱਚ ਚੱਲ ਰਹੀ ਹੈਗੀ ਹੈ। ਪੰਜਾਬ ਸਰਕਾਰ ਨੇ ਕੁਝ ਹਦਾਇਤਾਂ ਨਵੀਆਂ ਜਾਰੀ ਕੀਤੀਆਂ ਨੇ। ਰਾਤ ਦਾ ਕਰਫਿਊ ਜਿਹੜਾ ਆਪਾਂ ਸਾਰੇ ਜਾਣਦੇ ਚੱਲ ਰਿਹਾ ਹੈਗਾ। ਇਕੱਠ ਕਰਨ ਦੇ ਉੱਪਰ, ਜਿਵੇਂ ਕਿਸੇ ਇਮਾਰਤ ਦੇ ਅੰਦਰ 100 ਤੱਕ ਜਿਹੜੇ ਨੇ ਇਕੱਠ ਕੀਤਾ ਜਾ ਸਕਦਾ, ਔਰ ਬਾਹਰ 250 ਦਾ ਇਕੱਠ ਹੋ ਸਕਦਾ ਹੈਗਾ। ਤਾਂ ਪੰਨੂ ਸਾਹਿਬ, ਹੁਣ ਇੱਕ ਤਾਜ਼ਾ ਇਹਦੇ 'ਚ ਜੋੜਿਆ ਗਿਆ ਕਿ ਦਿੱਲੀ ਤੋਂ ਜਿਹੜੇ ਕਿਸਾਨ ਵਾਪਸ ਆਉਣਗੇ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ। ਕੋਈ ਹਰਜ ਨਹੀਂ, ਜਾਂਚ ਕਰਨੀ ਕਰ ਲੈਣ, ਇਹਦੇ ਵਿੱਚ ਕੋਈ ਮਾੜਾ ਨਹੀਂ ਜੀ। ਜੇ ਦਿੱਲੀ ਤੋਂ ਆਏ ਕਿਸਾਨ ਏਡੇ ਵੱਡੇ ਇਕੱਠ 'ਚੋਂ ਆਏ ਆ ਜੀ, ਜਾਂਚ ਕਰ ਲਓ। ਪਰ ਇੱਕ ਸਵਾਲ ਪੁੱਛਿਆ ਜਾ ਸਕਦਾ, ਹੁਣੇ ਬਿਹਾਰ ਦੀਆਂ ਚੋਣਾਂ ਹੋਈਆਂ, ਬਿਲਕੁਲ ਉੱਥੇ ਲੱਖ ਲੱਖ ਦੀਆਂ ਏਡੇ ਏਡੇ ਇਕੱਠ ਹੋ ਕੇ ਰੈਲੀਆਂ ਹੋਈਆਂ। ਉਹ ਸਾਰੇ ਲੋਕ ਜਦੋਂ ਇਕੱਠ ਤੋਂ ਬਾਅਦ ਘਰਾਂ ਨੂੰ ਗਏ ਸੀ, ਉਹਨਾਂ ਸਾਰਿਆਂ ਦੀ ਜਾਂਚ ਕੀਤੀ ਗਈ ਸੀ। ਉੱਥੇ ਨਹੀਂ ਤੇ ਇੱਥੇ ਏਡਾ ਕੀ ਹੋਣ ਲੱਗਾ? ਕਰ ਲਵੇ ਸਰਕਾਰ, ਆਪਣੇ ਬਚਾਅ ਵਾਸਤੇ ਪ੍ਰਬੰਧ ਕਰਨਗੇ, ਕੋਈ ਇਹ 'ਤੇ ਇਤਰਾਜ਼ ਨਹੀਂ ਕਰਨ ਲੱਗਾ ਬਹੁਤਾ। ਉੱਦਾਂ ਇਸ ਵੇਲੇ ਦੁਨੀਆ ਭਰ 'ਚ ਦੂਸਰੀ ਲਹਿਰ ਚੱਲਦੀ ਪਈ ਆ ਕਰੋਨਾ ਦੀ। ਫਰਾਂਸ ਦੇ ਵਿੱਚ ਲਾਕਡਾਊਨ, ਕੁਝ ਥਾਵਾਂ 'ਤੇ ਕਰਫਿਊ ਲਾਗੂ ਕਰ ਦਿੱਤਾ ਗਿਆ। ਜਰਮਨੀ ਦੇ ਕਈ ਰਾਜਾਂ 'ਚ ਕਰਫਿਊ ਲਾਗੂ ਕਰ ਦਿੱਤਾ ਗਿਆ ਜੀ। ਬਰਤਾਨੀਆ 'ਚ ਸਖਤੀ ਕੀਤੀ ਗਈ ਹੈ। ਜਿਹੜਾ ਅਮਰੀਕਾ, ਉਹਦੇ 'ਚ 3 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ। ਡੋਨਲਡ ਟਰੰਪ ਕਹਿੰਦਾ ਸੀ 1-2 ਲੱਖ ਮੌਤਾਂ ਹੋ ਗਈਆਂ, ਸੰਭਾਲਣਾ ਆਪਾਂ। 1-2 ਲੱਖ ਤੋਂ ਤੁਰਿਆ ਸੀ, 3 ਲੱਖ ਤੋਂ ਵੱਧ ਗਈਆਂ ਨੇ। ਜਿੰਨੇ ਚਿਰ ਨੂੰ ਇਹਨੇ ਗੱਦੀ ਛੱਡਣੀ ਆ, ਉਦੋਂ ਤੱਕ ਪਤਾ ਨਹੀਂ 3.25 ਲੱਖ ਹੋਣ ਕਿ 3.5 ਲੱਖ ਹੋਣ। ਸਾਡੇ ਭਾਰਤ ਦੇ ਵਿੱਚ ਵੀ ਹੁਣ ਤੱਕ ਮੌਤਾਂ ਦੀ ਗਿਣਤੀ 1,40,000 ਤੋਂ ਟੱਪ ਚੁੱਕੀ ਹੈ ਜੀ। ਸਾਡੇ ਪੰਜਾਬ ਦੇ ਵਿੱਚ 5,000 ਤੋਂ ਵੱਧ ਟੱਪ ਚੁੱਕੀ ਹੈ। ਜਦੋਂ ਇਹ ਸਥਿਤੀ ਬਣੀ ਹੈ ਤੇ ਅਸੀਂ ਜਿੱਥੇ ਜਿੱਥੇ ਬੈਠੇ ਹਾਂ, ਜੇ ਅਸੀਂ ਹਦਾਇਤਾਂ ਮੰਨੀਆਂ ਤੇ ਅਸੀਂ ਕਿਸੇ ਦੇ ਉੱਤੇ ਇੱਕ ਅਹਿਸਾਨ ਨਹੀਂ ਕਰ ਰਹੇ, ਆਪਣਾ ਬਚਾਅ ਕਰ ਰਹੇ ਹਾਂ, ਆਪਣੇ ਪਰਿਵਾਰ ਦਾ ਬਚਾਅ ਕਰ ਰਹੇ ਹਾਂ। ਜੇ ਸਰਕਾਰ ਨੇ ਆਖਿਆ ਕਿ ਨਾਈਟ ਕਰਫਿਊ ਵਧਾਇਆ, ਉਹਦੇ 'ਚ ਉਹਨਾਂ ਨੇ ਇਹ ਵੀ ਕਹਤਾ ਕਿ ਤੁਸੀਂ ਕਿਸੇ ਥਾਂ ਦੇ ਵਿੱਚ, ਕਿਸੇ ਅੰਦਰ ਹਾਲ ਦੇ ਵਿੱਚ ਜਾਂ ਘਰ ਦੇ ਅੰਦਰ ਕਰਦੇ ਹੋ, 100 ਤੱਕ ਗੈਸਟ ਰੱਖ ਲਓ, ਨਾ ਵਧਾਓ। ਜੇ ਕੋਈ ਖੁੱਲੀ ਥਾਂ ਉੱਤੇ 250 ਤੱਕ ਕਰ ਲਓ। ਜਿਹੜੇ ਵੱਡੇ ਮੈਰਿਜ ਪੈਲੇਸ ਨੇ, ਰਿਸਾਰਟ ਨੇ, ਉਹਨਾਂ 'ਚ ਅੱਗੇ 10-10 ਹਜ਼ਾਰ ਦੇ ਇਕੱਠ ਵੀ ਹੁੰਦੇ, ਅਸੀਂ ਵੇਖੇ ਆ। ਉਹ ਜੇ 250 ਤੱਕ ਸਰਕਾਰ ਸੀਮਿਤ ਕਰਦੀ ਹੈ, ਮੰਨਣਾ ਚਾਹੀਦਾ। ਬਿਲਕੁਲ ਠੀਕ ਹੈ। ਔਰ ਵੈਕਸੀਨ ਦੀ ਜੇ ਗੱਲ ਕਰੀਏ ਤਾਂ ਪੰਨੂ ਸਾਹਿਬ, ਭਾਰਤ ਦੀ ਜਿਹੜੀ ਸਥਿਤੀ ਹੈ ਉਹ ਕੀ ਹੈਗੀ ਹੈ? ਕਿਉਂਕਿ ਹਰ ਦੇਸ਼ ਦੇ ਵਾਸੀ ਇਹ ਚਾਹ ਰਹੇ ਨੇ ਕਿ ਜਲਦੀ ਤੋਂ ਜਲਦੀ ਵੈਕਸੀਨ ਉਹਨਾਂ ਤੱਕ ਪਹੁੰਚੇ, ਉਹਨਾਂ ਨੂੰ ਪ੍ਰਾਪਤ ਹੋਵੇ। ਦੇਖੋ, ਭਾਰਤ ਦੇ ਪ੍ਰਧਾਨ ਮੰਤਰੀ ਨੇ ਆਹ ਹਫ਼ਤਾ ਜਿੱਦਣ ਸ਼ੁਰੂ ਹੋਇਆ ਜੀ, ਉਸੇ ਦਿਨ 3 ਅੱਡ-ਅੱਡ ਫੈਕਟਰੀਆਂ ਦਾ ਦੌਰਾ ਕੀਤਾ ਜੀ। ਸਾਡੀ ਵੈਕਸੀਨ ਸਮਝਿਆ ਜਾਂਦਾ ਕਿ ਲਗਭਗ ਸਿਰੇ ਤੇ ਆ। ਕਿਸੇ ਵਕਤ ਵੀ ਭਾਰਤ ਸਰਕਾਰ ਜਾਂ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਜਿਹੜੀ ਆ, ਉਹਦੀ ਮਨਜ਼ੂਰੀ ਦੇ ਸਕਦੀ ਹੈ। ਜੇ ਮਿਲ ਗਈ ਤੇ ਭਾਰਤ ਦੇ ਕੋਲ ਇਨਫਰਾਸਟ੍ਰਕਚਰ ਇੰਨਾ ਕਿ ਬਸ ਇੱਕ ਮਨਜ਼ੂਰੀ ਮਿਲਣ ਦੀ ਦੇਰ ਆ। ਸਾਡੀਆਂ ਫੈਕਟਰੀਆਂ ਧੜਾ-ਧੜ ਦਵਾਈ ਬਣਾਉਣਗੀਆਂ, ਆਪਣੇ ਦੇਸ਼ ਦੇ ਕੰਮ ਵਾਸਤੇ ਵੀ, ਵਿਦੇਸ਼ਾਂ ਵਾਸਤੇ ਵੀ ਅਸੀਂ ਭੇਜਾਂਗੇ।
ਜਿਹੜੀ ਜਿਹੜੀ ਚੀਜ਼ ਇਸ ਤਰ੍ਹਾਂ ਬਣਨੀ ਸ਼ੁਰੂ ਹੋ ਜਾਂਦੀ ਅਸੀਂ ਬੜੀ ਤੇਜ਼ੀ ਨਾਲ ਦੂਸਰੇ ਦੇਸ਼ਾਂ ਤੱਕ ਵੀ ਸਪਲਾਈ ਕਰ ਸਕਦੇ ਹਾਂ। ਸਾਰਾ ਪ੍ਰਬੰਧ ਤਿਆਰ ਹੈ। ਪ੍ਰਧਾਨ ਮੰਤਰੀ ਦੇ ਦੌਰਾ ਕਰਨ ਤੋਂ ਬਾਅਦ ਪਰਸੋਂ ਸ਼ਾਇਦ 35 ਦੇਸ਼ਾਂ ਦੇ ਰਾਜਦੂਤ ਤੇ ਹਾਈ ਕਮਿਸ਼ਨਰ ਜੀ ਉਹਨਾਂ ਫੈਕਟਰੀਆਂ ਦਾ ਦੌਰਾ ਕਰਕੇ ਆਏ। ਇਹ ਵੇਖਣ ਵਾਸਤੇ ਕਿ ਦਵਾਈ ਬਾਰੇ ਪੋਜੀਸ਼ਨ ਕੀ ਆ, ਇਹ ਵੇਖਣ ਵਾਸਤੇ ਕਿ ਉੱਥੇ ਦਵਾਈ ਕਿਹੋ ਜਿਹੇ ਹਾਲਾਤ ਵਿੱਚ ਬਣਦੀ ਆ, ਜੀ ਹਾਲਾਤ ਹਾਈਜੀਨਿਕ ਹੈਗੇ ਕਿ ਨਹੀਂ। ਕੁਝ ਦੇਸ਼ਾਂ ਵਿੱਚ ਇਹ ਵੀ ਹੈ ਕਿ ਜਿਹੜੀ ਫੈਕਟਰੀ ਵਿੱਚ ਜਾਂ ਜਿਹੜੇ ਦੇਸ਼ ਚਾਈਲਡ ਲੇਬਰ ਹੁੰਦੀ ਹੋਵੇ ਅਸੀਂ ਉੱਥੋਂ ਦੀ ਦਵਾਈ ਨਹੀਂ ਖਰੀਦਣੀ। ਉਹ ਸਾਰਾ ਕੁਝ ਉਹ ਵੀ ਵੇਖ ਕੇ ਚਲੇ ਗਏ ਨੇ ਕਿ ਇੱਥੇ ਸਾਰੇ ਕੋਈ ਪ੍ਰਬੰਧ ਠੀਕ ਹੈ, ਕਾਨੂੰਨ ਮੁਤਾਬਕ ਹੁੰਦਾ। ਉਹਦੇ ਤੋਂ ਬਾਅਦ ਉਹਨਾਂ 'ਚੋਂ ਕਿਸੇ ਦੀ ਅਜੇ ਤੱਕ ਕੋਈ ਮਾੜੀ ਰਿਪੋਰਟ ਨਹੀਂ ਆਈ ਕਿ ਉਹਨਾਂ ਸਾਡੀਆਂ ਕੰਪਨੀਆਂ ਬਾਰੇ ਮਾੜੀ ਰਿਪੋਰਟ ਦਿੱਤੀ ਹੋਵੇ। ਜੇ ਇਹ ਸਾਰਾ ਕੁਝ ਠੀਕ ਹੈ, ਅਸੀਂ ਆਸ ਰੱਖੀਏ ਕਿ ਅੱਜ ਜਨਵਰੀ ਦੇ ਵਿੱਚ ਦਵਾਈ ਲੋਕਾਂ ਤੱਕ ਪਹੁੰਚਣੀ ਸ਼ੁਰੂ ਮੈਂ ਹੋ ਸਕਦੀ ਨਹੀਂ ਕਹਿੰਦਾ, ਮੈਂ ਕਹਿੰਦਾ ਕਾਫੀ ਹੋਣ ਦੇ ਨੇੜੇ ਆ ਜੀ, ਸੰਭਾਵਨਾ ਵੱਧ ਗਈ ਜੀ। ਤੋ ਭਾਰਤ ਦੇ ਵਿੱਚ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਜਿਹੜਾ ਨੀਂਹ ਪੱਥਰ ਹੈ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਬੀਤੇ ਦਿਨੀ ਰੱਖਿਆ ਹੈਗਾ। ਬਹੁਤ ਸਾਰੇ ਚੈਨਲ, ਬਹੁਤ ਸਾਰਾ ਮੀਡੀਆ ਜਿਹੜੀ ਨਵੀਂ ਪਾਰਲੀਮੈਂਟ ਬਿਲਡਿੰਗ ਹੈਗੀ ਆ ਉਹਦੇ ਮਾਡਲ ਨੂੰ ਬਾਰ-ਬਾਰ ਉਹ ਦਿਖਾ ਰਹੇ ਨੇ ਔਰ ਉਹ ਬੜੀ ਆਕਰਸ਼ਕ ਬਿਲਡਿੰਗ ਹੈਗੀ ਆ। ਪਰੰਤੂ ਨਾਲ ਹੀ ਪੰਨੂ ਸਾਹਿਬ ਬਹੁਤ ਸਾਰੇ ਸਵਾਲ ਵੀ ਸਾਡੇ ਮਨਾਂ ਦੇ ਵਿੱਚ ਉੱਠ ਖੜੇ ਹੁੰਦੇ ਨੇ ਪੁਰਾਣੀ ਬਿਲਡਿੰਗ ਨੂੰ ਲੈ ਕੇ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਸਰਦਾਰ ਕੁਲਬੀਰ ਸਿੰਘ ਜੀ, ਗੱਲ ਇਹ ਆ ਕਿ ਕੋਈ ਵੀ ਕੰਮ ਕਰੋ ਸਵਾਲ ਤਾਂ ਉੱਠਣੇ ਹੁੰਦੇ ਆ ਜੀ। ਇੱਕ ਸਵਾਲ ਉੱਠ ਰਿਹਾ ਕਿ ਭਾਰਤ ਦੇ ਕੋਲ ਪਾਰਲੀਮੈਂਟ ਦੀ ਪੁਰਾਣੀ ਬਿਲਡਿੰਗ ਹੈਗੀ ਆ, ਪਾਰਲੀਮੈਂਟ ਭਵਨ। ਐਡੀ ਕੀ ਲੋੜ ਪੈ ਗਈ ਕਿ ਨਰਿੰਦਰ ਮੋਦੀ ਸਰਕਾਰ ਨਵੀਂ ਪਾਰਲੀਮੈਂਟ ਬਿਲਡਿੰਗ ਬਣਾਉਣ ਲੱਗੀ? ਇਹ ਅੰਗਰੇਜ਼ਾਂ ਨੇ ਬਣਾ ਕੇ ਦਿੱਤੀ ਸੀ। 1921 'ਚ ਬਣਨੀ ਸ਼ੁਰੂ ਹੋਈ, 27 ਵਿੱਚ ਮੁਕੰਮਲ ਹੋ ਗਈ। ਅਜੇ 100 ਸਾਲ ਤਾਂ ਪੂਰਾ ਨਹੀਂ ਹੋਇਆ, ਇਹਨੂੰ ਛੱਡ ਕੇ ਨਵੀਂ ਕਿਉਂ ਬਣਾਉਣ ਲੱਗੇ ਆ? ਜਿਹੜੇ ਅੰਗਰੇਜ਼ਾਂ ਦੀ ਬਣਾਈ ਅਸੀਂ ਪੁਰਾਣੀ ਸਮਝਦੇ ਹਾਂ, ਨਵੀਂ ਬਣਾਉਣ ਲੱਗੇ ਹਾਂ। ਉਹਨਾਂ ਦੀ ਤਾਂ ਸਾਡੇ ਤੋਂ ਕਈ ਸਾਲ ਪੁਰਾਣੀ ਹੈ, ਲੰਡਨ 'ਚ ਅਜੇ ਵੀ ਚੱਲੀ ਜਾਂਦੀ ਹੈ, ਇਹਦੀ ਕੀ ਲੋੜ ਹੈ? ਇਹ ਇਸ ਤਰ੍ਹਾਂ ਜਾਪਦਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕਰਨ ਲੱਗੇ, ਪਰ ਅਸਲ ਗੱਲ ਇਹ ਨਹੀਂ। ਸਾਲ 2012 ਦੇ ਵਿੱਚ ਕਾਂਗਰਸੀ ਸਰਕਾਰ ਸੀ ਜੀ। ਪਾਰਲੀਮੈਂਟ ਦੀ ਜਿਹੜੀ ਸਪੀਕਰ ਹੈ ਉਹ ਬੀਬੀ ਮੀਰਾ ਕੁਮਾਰ ਹੁੰਦੀ ਸੀ। ਮੀਰਾ ਕੁਮਾਰ ਦੀ ਅਗਵਾਈ 'ਚ ਇਹ ਪ੍ਰਪੋਜ਼ਲ ਆਈ ਸੀ ਕਿ ਸਾਡੀਆਂ ਲੋੜਾਂ ਵੱਧ ਗਈਆਂ, ਦਫ਼ਤਰ ਵੱਧ ਗਏ ਆ, ਇਸ ਕਰਕੇ ਪਾਰਲੀਮੈਂਟ ਭਵਨ ਅੱਗੇ ਨਾਲੋਂ ਵੱਡਾ ਚਾਹੀਦਾ। ਉਦੋਂ ਕਰੋਨਾ ਵਾਇਰਸ ਦਾ ਤਾਂ ਪਤਾ ਨਹੀਂ ਸੀ ਕਿ ਖਿਲਾਰ ਕੇ ਬਿਠਾਉਣੇ ਪੈਣੇ, ਪਰ ਇਹ ਸਮਝਣ ਲੱਗ ਪਿਆ ਸੀ ਕਿ ਸੀਟਾਂ ਵਧਾਉਣੀਆਂ ਚਾਹੀਦੀਆਂ। ਸੀਟਾਂ ਸਾਡੀਆਂ ਪਾਰਲੀਮੈਂਟ ਦੀਆਂ 400 ਤੋਂ ਵੱਧਦੀਆਂ 543 ਤੱਕ ਆ ਗਈਆਂ, ਕੱਲ੍ਹ ਨੂੰ ਹੋਰ ਵਧਾਉਣੀਆਂ ਪੈ ਸਕਦੀਆਂ। ਫਿਰ ਕੀ ਹੋਵੇ? ਫਿਰ ਉਹ ਪਾਰਲੀਮੈਂਟ ਭਵਨ ਬਾਰੇ ਨਵੇਂ ਬਾਰੇ ਇੱਕ ਤਜਵੀਜ਼ ਉਹਨਾਂ ਦੇ ਵੇਲੇ ਆਈ ਸੀ, ਉੱਤੇ ਵਿਚਾਰ ਹੁੰਦੀ ਰਹੀ। ਬਾਅਦ 'ਚ ਨਰਿੰਦਰ ਮੋਦੀ ਸਰਕਾਰ ਆ ਗਈ, 5 ਸਾਲ ਵਿਚਾਰ ਹੁੰਦੀ ਰਹੀ, ਗੱਲ ਕਿਸੇ ਸਿਰੇ ਨਹੀਂ ਲੱਗੀ। ਅਗਲੇ 1 ਸਾਲ ਜਦੋਂ ਦੂਜੀ ਵਾਰੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਤੇ ਉਹ ਗੱਲ ਸਿਰੇ ਲੱਗ ਗਈ, ਇੱਕ ਮਾਡਲ ਇਹਨਾਂ ਬਣਾ ਲਿਆ ਜੀ। ਹੁਣ ਸਵਾਲ ਇਹ ਵੀ ਉੱਠਦਾ ਕਿ ਆ ਜਿਹੜਾ ਨਵਾਂ ਮਾਡਲ ਆ ਜੀ, ਉਹ ਪਤਾ ਨਹੀਂ ਹਿੰਦੂ ਧਰਮ ਤੋਂ ਪ੍ਰਭਾਵਿਤ ਹੋਵੇਗਾ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਪਾਰਲੀਮੈਂਟ ਦੀ ਬਿਲਡਿੰਗ ਤੁਸੀਂ ਦੇਖਦੇ ਹੋ ਗੋਲ ਘੇਰੇ ਵਾਲੀ ਪਿੱਲਰ ਜੇ ਬਣੇ ਆ, ਇਹਦਾ ਡਿਜ਼ਾਈਨ ਕਿੱਥੋਂ ਆਇਆ ਸੀ? ਇਹ ਬਿਲਡਿੰਗ ਬਣਾਉਣ ਵਾਲੇ 2 ਜਣੇ ਜਿਹੜੇ ਆਰਕੀਟੈਕਟ ਸੀ, ਦੋਵੇਂ ਬ੍ਰਿਟਿਸ਼ ਸੀ, ਦੋਵੇਂ ਅੰਗਰੇਜ਼ ਸੀ, ਗੋਰੇ ਬਰਤਾਨੀਆ ਤੋਂ ਇੰਗਲੈਂਡ ਤੋਂ ਆਏ। ਪਰ ਮਾਡਲ ਉਹਨਾਂ ਨੇ ਇੰਗਲੈਂਡ ਤੋਂ ਨਹੀਂ ਸੀ ਲਿਆਂਦਾ। ਸਾਡੇ ਇੱਥੇ ਮੱਧ ਪ੍ਰਦੇਸ਼ 'ਚ ਇੱਕ ਸ਼ਹਿਰ ਆ ਮੁਰੈਣਾ ਦੇ ਵਿੱਚ 64 ਯੋਗਨੀ ਮੰਦਿਰ ਹੈ। 64 ਯੋਗਨੀ ਦਾ ਮਤਲਬ ਯੋਗੀ ਤੇ ਇਹ ਸੁਣਿਆ, 64 ਯੋਗਨੀਆਂ ਦਾ ਮੰਦਿਰ, ਉਹਦੇ ਵਿੱਚ 65 ਚੈਂਬਰ ਨੇ। 64 ਚੈਂਬਰ ਜਿਹੜੇ ਆ, ਇੱਕ ਯੋਗਣੀ ਦਾ ਇੱਕ ਚੈਂਬਰ ਆ। 65ਵਾਂ ਚੈਂਬਰ ਉਹਨਾਂ ਯੋਗਣੀਆਂ ਦੀ ਦੇਵੀ ਦਾ ਹੈ। ਉਹ ਜਿੱਦਾਂ ਦਾ ਉਹ ਮੰਦਿਰ ਹੈ, ਐਨ ਉਸੇ ਤਰ੍ਹਾਂ ਦੀ ਗੋਲ ਬਿਲਡਿੰਗ, ਉਸੇ ਤਰ੍ਹਾਂ ਦਾ ਘੇਰਾ, ਅੰਦਰ ਉਹਨਾਂ ਯੋਗਣੀਆਂ ਦੇ ਚੈਂਬਰਾਂ ਦੇ ਬਜਾਏ ਇੱਥੇ ਕਮਰੇ ਬਣਾਤੇ ਗਏ, ਗਿਣਤੀ ਵਧਾ ਦਿੱਤੀ ਗਈ, ਪਰ ਨਕਸ਼ਾ ਉਸ 64 ਯੋਗਨੀ ਮੰਦਿਰ ਤੋਂ ਸੀ। ਹੁਣ ਜੇ ਇਹ ਕੋਈ ਆਖੇ ਕਿ ਨਵਾਂ ਨਕਸ਼ਾ ਜੀ ਫਲਾਣੇ ਧਰਮ ਦੇ ਮੁਤਾਬਕ ਹੈ, ਤੇ ਜਦੋਂ ਗੋਰਿਆਂ ਨੇ ਬਣਾਇਆ ਉਹਨਾਂ ਨੇ ਵੀ ਇੱਕ ਧਰਮ ਤੋਂ ਜਾ ਕੇ ਨਕਸ਼ਾ ਲਿਆ ਸੀ। ਅੱਜ ਤੱਕ ਕਦੇ ਕਿਸੇ ਨੇ ਉਸ ਨਕਸ਼ੇ ਤੇ ਕੋਈ ਕਿੰਤੂ ਪਰੰਤੂ ਕੀਤਾ। ਇਸ ਕਰਕੇ ਜੇ ਹੁਣ ਪਾਰਲੀਮੈਂਟ ਦੀਆਂ ਸੀਟਾਂ ਵੱਧਦੀਆਂ ਪਈਆਂ, ਨਵੀਂ ਬਿਲਡਿੰਗ ਦੇ ਵਿੱਚ ਇਹ ਤਜਵੀਜ਼ ਕੀਤਾ ਗਿਆ ਕਿ ਸੀਟਾਂ ਵਧਾਉਣੀਆਂ ਪੈ ਸਕਦੀਆਂ। 888 ਸੀਟਾਂ ਲੋਕ ਸਭਾ ਦੀਆਂ ਹੋਣ, ਐਡਾ ਵੱਡਾ ਹਾਲ ਬਣਾਇਆ ਜਾ ਰਿਹਾ। ਅੱਗੇ ਸਾਡੇ ਕੋਲ ਰਾਜ ਸਭਾ ਦੇ ਵਿੱਚ 250 ਤੋਂ ਘੱਟ ਸੀਟਾਂ ਨੇ। ਹੁਣ ਜਿਹੜੀਆਂ ਨਵੀਆਂ ਨੇ ਉਹ 500 ਤੋਂ ਵੱਧ ਵਾਲੀ ਰਾਜ ਸਭਾ ਅਸੀਂ ਬਣਾਉਂਦੇ ਪਏ ਹਾਂ। ਉਹਨਾਂ ਵਾਸਤੇ ਬਿਲਡਿੰਗ ਤਾਂ ਚਾਹੀਦੀ ਹੈ, ਪਰ ਬਿਹਤਰ ਇਹ ਸੀ ਕਿ ਜੇ ਸਾਡੇ ਕੋਲ ਚੰਡੀਗੜ੍ਹ 'ਚ ਸੈਕਟਰੀਏਟ,
ਪਹਿਲਾਂ ਸਾਰੀ ਸਰਕਾਰ ਉੱਥੋਂ ਇਕੱਠੀ ਚੱਲਦੀ, ਫਿਰ ਇੱਕ ਦੀ ਥਾਂ ਦੋ ਚੱਲੀਆਂ, ਹਰਿਆਣਾ ਵੱਖਰਾ ਹੋ ਗਿਆ, ਦੋ ਰਾਜ ਸਰਕਾਰਾਂ ਚੱਲਦੀਆਂ ਰਹੀਆਂ। ਸਾਡੀਆਂ ਲੋੜਾਂ ਵੱਧ ਗਈਆਂ, ਸੈਕਟਰੀਏਟ 'ਚ ਨਹੀਂ ਸੀ ਚੱਲਦਾ, ਅਸੀਂ ਉਹਦੇ ਲਾਗੇ ਇੱਕ ਮਿਨੀ ਸੈਕਟਰੀਏਟ ਬਣਾ ਲਿਆ, ਹਰਿਆਣੇ ਵਾਲਿਆਂ ਨੇ ਮਿਨੀ ਸੈਕਟਰੀਏਟ ਬਣਾ ਲਿਆ। ਇਸੇ ਤਰ੍ਹਾਂ ਹੀ ਜੇ ਪਾਰਲੀਮੈਂਟ 'ਚ ਇਹ ਜਾਪਦਾ ਸੀ ਕਿ ਰਾਜ ਸਭਾ ਤੇ ਲੋਕ ਸਭਾ ਦੋਵਾਂ ਦੇ ਹਾਊਸ ਵੱਡੇ ਕਰਨੇ ਪੈਣੇ ਆ, ਤੇ ਲੋਕ ਸਭਾ ਵਾਲਾ ਰਾਜ ਸਭਾ ਨੂੰ ਦੇ ਦਿੰਦੇ, ਜਿਹੜਾ ਰਾਜ ਸਭਾ ਵਾਲਾ ਉਹ ਦੂਸਰੀਆਂ ਕਮੇਟੀ ਮੀਟਿੰਗਾਂ ਵਾਸਤੇ ਰੱਖ ਲੈਂਦੇ। ਲੋਕ ਸਭਾ ਵਾਸਤੇ ਜਿਸ ਤਰ੍ਹਾਂ ਮਿਨੀ ਸੈਕਟਰੀਏਟ ਵੱਖਰਾ ਬਣਾ ਲਈਦਾ, ਉਸੇ ਤਰ੍ਹਾਂ ਹੀ ਇੱਕ ਸਪੈਸ਼ਲ ਜਾਂ ਸੈਂਟਰਲ ਹਾਲ ਲੋਕ ਸਭਾ ਨੂੰ ਦੇ ਦਿੰਦੇ, ਲੋਕ ਸਭਾ ਵਾਲਾ ਰਾਜ ਸਭਾ ਨੂੰ ਦੇ ਦਿੰਦੇ, ਤੇ ਜਿਹੜਾ ਹੁਣ ਵਾਲਾ ਸੈਂਟਰਲ ਹਾਲ ਆ ਇਹਦੀ ਥਾਂ ਤੇ ਨਵਾਂ ਸੈਂਟਰਲ ਹਾਲ ਬਣਾ ਦਿੰਦੇ। ਇਸ ਤਰ੍ਹਾਂ ਦੀਆਂ ਕਈ ਤਜਵੀਜ਼ਾਂ, ਪਰ ਜਦੋਂ ਇਹ ਤਜਵੀਜ਼ ਆਈ ਸੀ ਕੀ ਇਹ ਤਜਵੀਜ਼ਾਂ ਉਦੋਂ ਕਿਸੇ ਨੇ ਪੇਸ਼ ਕੀਤੀਆਂ, ਉਦੋਂ ਸਾਰੇ ਲੋਕ ਚੁੱਪ ਕਰਕੇ ਵੇਖਦੇ ਰਹੇ। ਹੁਣ ਜਦੋਂ ਉੱਤੇ ਕੰਮ ਸ਼ੁਰੂ ਹੋ ਗਿਆ, ਹੁਣ ਹਰ ਕੋਈ ਕਹਿੰਦਾ ਆ ਨਹੀਂ ਜੀ ਆ ਹੋਵੇ, ਔਰ ਚਰਚਾ ਇਹ ਵੀ ਨਾਲ ਹੋਈ ਜਾਂਦੀ ਹੈ ਕਿ ਤਾਂ ਮੋਦੀ ਸਰਕਾਰ ਨੇ ਕੀਤਾ। ਅਸਲ 'ਚ ਮੋਦੀ ਸਰਕਾਰ ਨੇ ਨਹੀਂ, ਇਹ ਮੀਰਾ ਕੁਮਾਰ ਪਾਰਲੀਮੈਂਟ ਦੀ ਸਪੀਕਰ ਸੀ, ਉਸ ਵਕਤ ਤੋਂ ਪ੍ਰਪੋਜ਼ਲ ਆਈ ਸੀ ਜਿਹਦੇ ਉੱਤੇ ਕੰਮ ਆ ਕੇ ਇਹਨਾਂ ਨੇ ਸ਼ੁਰੂ ਕਰਤਾ, ਪ੍ਰਪੋਜ਼ਲ ਉੱਥੋਂ ਹੀ ਆ ਗਈ ਸੀ। ਤੋ ਗੱਲ ਕਰਦੇ ਹਾਂ ਪਾਕਿਸਤਾਨ ਦੀ। ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਕੱਲ੍ਹ ਤੋੜਿਆ ਗਿਆ ਹੈਗਾ। ਪੰਨੂ ਸਾਹਿਬ, ਕਿਸ ਦੀ ਸ਼ਰਾਰਤ ਹੋ ਸਕਦੀ ਦਾ, ਇਹਦੇ ਪਿੱਛੇ ਕੀ ਮਨਸ਼ਾ ਹੋ ਸਕਦਾ? ਹੁਣੇ ਤੁਸੀਂ ਆਪਣੇ ਇੱਕ ਸਵਾਲ ਦੇ ਜਵਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕੀਤਾ। ਮਹਾਰਾਜਾ ਰਣਜੀਤ ਸਿੰਘ ਸਾਰਿਆਂ ਦਾ ਸਾਂਝਾ ਮਹਾਰਾਜਾ ਸੀ। ਇਹਦੀ ਫੌਜ ਦੇ ਵਿੱਚ, ਇਹਦੇ ਦਰਬਾਰ 'ਚ ਹਿੰਦੂ ਵੀ ਸਨ, ਪ੍ਰਧਾਨ ਮੰਤਰੀ ਫਕੀਰ ਅਜੀਜ਼ੁਦੀਨ ਵੀ ਸੀ ਜੀ, ਫੌਜ ਦਾ ਜਰਨੈਲ ਯੂਰਪੀਅਨ ਸੀਗਾ, ਜਨਰਲ ਵੈਨਤੁਰਾ ਉਹ ਵੀ ਸੀ, ਸਾਰੇ ਕਿਸਮ ਦੇ ਲੋਕ ਸਨ। ਸਰਬ ਸਾਂਝੇ ਮਹਾਰਾਜੇ ਦਾ ਉਹਦੇ ਤੋਂ ਬਾਅਦ ਬੁੱਤ ਬਣਾਇਆ ਗਿਆ, ਲਾਇਆ ਗਿਆ। ਪਿਛਲੇ ਸਾਲ ਉਹਨੂੰ ਉਸ ਸ਼ਾਹੀ ਕਿਲੇ 'ਚ ਲਿਆ ਕੇ ਲਾਇਆ ਗਿਆ, ਪਹਿਲਾਂ ਮਿਊਜ਼ੀਅਮ ਸੀ, ਹੁਣ ਸ਼ਾਹੀ ਕਿਲੇ 'ਚ ਲਿਆਂਦਾ ਗਿਆ ਜਿੱਥੇ ਉਹ ਰਾਜ ਕਰਦਾ ਸੀ। ਪਰਸੋਂ ਕੁਝ ਮੁੰਡਿਆਂ ਨੇ ਜਾ ਕੇ ਤੇ ਉਹ ਬੁੱਤ ਤੋੜ ਦਿੱਤਾ, ਪਤਾ ਨਹੀਂ ਕੌਣ ਸਨ, ਪੁਲਿਸ ਕਹਿੰਦੀ 2 ਬੰਦੇ ਫੜ ਲਏ। ਪਰ ਅਮਨ ਕਾਨੂੰਨ ਦੀ ਹਾਲਤ ਉੱਥੇ ਮਾੜੀ ਹੈ, ਅਗਲਿਆਂ ਦਿਨਾਂ 'ਚ ਅਜੇ ਹੋਰ ਮਾੜੀ ਹੋਣੀ ਆ, ਕਿਉਂਕਿ ਇੱਕ ਕਮਲੀ ਤੇ ਦੂਜਾ ਪੈ ਗਈ ਮੜੀਆਂ ਦੇ ਰਾਹ। ਉਹਨਾਂ ਨੇ ਕੱਲ੍ਹ ਦਾ ਆਪਣਾ ਗ੍ਰਹਿ ਮੰਤਰੀ ਬਦਲਤਾ, ਨਵਾਂ ਗ੍ਰਹਿ ਮੰਤਰੀ ਕਿਹਨੂੰ ਲਾਤਾ? ਅਬਦੁਲ ਰਾਸ਼ਿਦ ਨੂੰ। ਸ਼ੇਖ ਅਬਦੁਲ ਰਾਸ਼ਿਦ ਕੌਣ ਹੈ ਜੀ? ਇਹ ਰੇਲ ਮੰਤਰੀ ਹੁੰਦਾ ਸੀ, ਰੇਲ ਮੰਤਰੀ ਦੇ ਤੌਰ ਤੇ ਰੇਲ ਮਹਿਕਮਾ ਨੇ ਫੇਲ ਕਰਤਾ, ਹੁਣ ਗ੍ਰਹਿ ਮੰਤਰੀ ਬਣ ਗਿਆ। ਗ੍ਰਹਿ ਮੰਤਰੀ ਦੇ ਤੌਰ ਤੇ ਕਿੰਨਾ ਕਾਮਯਾਬ ਹੋਊ? ਇਹ ਦੁਨੀਆ ਦੇ ਵਿੱਚ ਇੱਕੋ ਇੱਕ ਇੰਨਾ ਸਿਆਣਾ ਬੰਦਾ, ਇੰਨਾ ਕੁ ਸਿਆਣਾ ਕਿ ਇਹਦੀ ਅਕਲ ਜਿਹੜੀ ਆ ਕੰਨਾਂ ਤੋਂ ਬਾਹਰ ਨੂੰ ਉਬਲ ਉਬਲ ਕੇ ਆਉਂਦੀ ਹੈ, ਜਿਹਨੇ ਕਹਿ ਦਿੱਤਾ ਸੀ ਭਾਰਤ ਨੂੰ, ਭਾਰਤ ਵਾਲਿਓ ਬਚ ਕੇ ਰਹੋ, ਤੁਹਾਡੇ ਨਾਲ ਲੜਨ ਵਾਸਤੇ ਵੱਡੇ ਐਟਮ ਬੰਬ ਤੇ ਹੈਗੇ ਹੀ ਆ, ਅਸੀਂ ਤੇ ਪਾਈਆ ਦੇ ਐਟਮ ਬੰਬ ਬਣਾ ਲਏ। ਸਾਰੀ ਦੁਨੀਆ 'ਚ ਕਿਸੇ ਸਾਇੰਟਿਸਟ ਨੂੰ ਅੱਜ ਤੱਕ ਪਾਈਆ ਦਾ 100 ਗ੍ਰਾਮ ਦਾ 250 ਗ੍ਰਾਮ ਦਾ ਬੰਬ ਬਣਾਉਣਾ ਹੀ ਨਹੀਂ ਆਇਆ। ਇਹ ਇਕੱਲਾ ਬੰਦਾ ਜਿਹਨੇ ਆਖਿਆ ਸੀ ਸਾਡੇ ਕੋਲ ਪਾਈਆ ਦੇ ਐਟਮ ਬੰਬ ਹੈ ਜਿਹੜੇ ਅਸੀਂ ਭਾਰਤ ਵਿੱਚ ਜਾ ਕੇ ਗਲੀ 'ਚ ਸੁੱਟ ਦੇਣੇ ਆ, ਔਰ ਇਹਦਾ ਮਜ਼ਾਕ ਉੱਡਿਆ ਸੀ। ਜਿਹੜਾ ਬੰਦਾ ਐਡਾ ਸਿਰੇ ਦਾ ਸਿਆਣਾ, ਉਹਨੂੰ ਲੱਭ ਕੇ ਤੇ ਇਮਰਾਨ ਖਾਨ ਨੇ ਦੇਸ਼ ਦੀ ਪੁਲਿਸ ਦਾ ਮਹਿਕਮਾ ਗ੍ਰਹਿ ਮੰਤਰਾਲਾ ਦੇ ਦਿੱਤਾ। ਅੱਗੇ ਤਾਂ ਉੱਥੇ ਲਾਲਾ ਹੁੰਦੀ ਹੈ ਕਿ ਤੁਸੀਂ ਹਾਲਾਤ ਵਿਗਾੜੇ ਪਏ ਆ, ਹਰ ਗਲੀ 'ਚ ਮੌਤ ਨੱਚਦੀ ਪਈ ਆ, ਬੰਦਾ ਗਾਜਰ ਮੂਲੀ ਬਣਿਆ ਪਿਆ ਜਿਹੜਾ ਜਿਹਨੂੰ ਮਰਜ਼ੀ ਵੱਢੀ ਜਾਂਦਾ, ਤੇ ਅੱਗੋਂ ਫਿਰ ਰਹਿੰਦੀ ਕਸਰ ਕੱਢਣ ਵਾਸਤੇ ਇਸ ਨਿਕੰਮੇ ਬੰਦੇ ਨੂੰ ਨਾ ਗ੍ਰਹਿ ਮੰਤਰੀ ਬਣਾਤਾ। ਚਲੋ ਅਸੀਂ ਉਹ ਜੋ ਬਣਾਉਣਗੇ ਆਪੇ ਭੁਗਤਣਗੇ, ਸਾਨੂੰ ਉਹਦੇ ਨਾਲ ਵਾਸਤਾ ਨਹੀਂ। ਵਾਸਤਾ ਇਸ ਗੱਲ ਨਾਲ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਜੋ ਹੋਇਆ ਉਹ ਹੋਣਾ ਨਹੀਂ ਸੀ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਨਾ ਇਕੱਲੇ ਸਿੱਖਾਂ ਦਾ ਮਹਾਰਾਜਾ ਸੀ, ਨਾ ਸਾਡਾ ਸੀ ਤੇ ਉੱਥੇ ਰਹਿ ਗਿਆ। ਮਹਾਰਾਜਾ ਰਣਜੀਤ ਸਿੰਘ ਉਹ ਜਿਹੜਾ ਕਿਹਾ ਜਾਂਦਾ ਸੀ ਨਹੀਂ, ਇੱਕੋ ਅੱਖ ਸੁਲੱਖਣੀ ਜਿਹੜੀ ਸਭ ਨੂੰ ਭਾਵੇ, ਉਹ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਸੀ। ਸਰੀਰਕ ਤੌਰ ਤੇ ਤਾਂ ਇੱਕ ਅੱਖ ਖਰਾਬ ਸੀ, ਵੇਖਣ ਲੱਗਿਆ ਵੀ ਕਦੇ ਕੋਈ ਵਿਤਕਰਾ ਨਹੀਂ ਸੀ ਕਰਦਾ। ਉਹਦੇ ਬੁੱਤ ਨਾਲ ਉਹ ਕੁਝ ਨਹੀਂ ਸੀ ਹੋਣਾ ਚਾਹੀਦਾ ਜੋ ਹੋ ਗਿਆ, ਅੱਤ ਦੀ ਨਿੰਦਾਯੋਗ ਘਟਨਾ ਹੈ ਜੀ। ਤੋ ਦੋਸਤੋ, ਹਫਤਾਵਾਰ ਗਤੀਵਿਧੀਆਂ ਤੇ ਚਰਚਾ ਦੀ ਇਸ ਕੜੀ ਨੂੰ ਅਸੀਂ ਇੱਥੇ ਹੀ ਸਮੇਟਦੇ ਹਾਂ। ਅਗਲੇ ਹਫਤੇ ਨਵੀਂ ਤੇ ਤਾਜ਼ਾ ਕੜੀ ਲੈ ਕੇ ਮੁੜ ਤੁਹਾਡੇ ਰੂਬਰੂ ਹੋਵਾਂਗੇ। ਪੰਨੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ।